सरकारी सीनियर सैकंडरी स्कूल नवाकोट, सरकारी सीनियर सैकंडरी स्कूल मान सिंह गेट ते सरकारी सीनियर सैकंडरी स्कूल कोट बाबा दीप सिंह। तो साडे अमृतसर के ये सरकारी स्कूल जो कि साडे सिक्ख्या विभाग वालों बड़ी मेहनत के नाल इन्हां बच्चों को इस प्रोग्राम के साडे बच्चों ने जो प्रोग्राम पार्टिसिपेट कर रहे हैं उनका हौसला अफजाई करो। पंजाब पुलिस की सब तो पहली टुकड़ी है, अगवाई कर रहे हैं गुरविंदर सिंह CDI। पंजाब पुलिस की दूसरी पलटून की अमृतसर शाही तो है, अगवाई कर रहे हैं गुरप्रीत सिंह जी। पंजाब पुलिस की पहला पलटून अगवाई कर रहे हैं मनदीप कौर सब इंस्पेक्टर। पंजाब होमगार्ड के जवान अगवाई कर रहे हैं श्री ओम प्रकाश। उसके बाद पीटी शो होगा। पीटी शो के बच्चे जो भी ग्राउंड से बाहर निकलेंगे तो सभ्याचारक प्रोग्राम जो वो शुरू होगा। तो इस तरकीब के अनुसार आप तैयार रहना है। जेकर किसी भी अधिकारी साहबान थोड़ा ऊपर कर दो। सब तो पहला सारिਆਂ ਨੂੰ 74वें गणतंत्र दिवस ਦੀਆਂ ਲੱਖ ਲੱਖ ਵਧਾਈਆਂ, बहुत बहुत मुबारकबाद। और मैं आस करदागा जो सुपने बाबा साहब भीमराव अंबेडकर जी ने सिरजे सीगे उन्हां सारिਆਂ ते आपां काम करिए और संविधान ਨੂੰ लागू करिए। ਭੀਮਾ ਸਾਹਿਬ ਸਾਰੇ ਸਟੇਟਾਂ ਨੇ ਅੱਜ ਜਿਹੜੇ ਕੈਦੀ ਸੀਗੇ ਉਹਨਾਂ ਨੂੰ ਰਿਲੀਜ਼ ਕੀਤਾ ਤੇ ਪੰਜਾਬ ਸਰਕਾਰ ਦੀ ਗੱਲ ਪਿੱਛੇ ਰਹਿ ਗਈ ਜਾਂ ਕੋਈ ਨਵਜੋਤ ਸਿੰਘ ਸਿੱਧੂ ਦੀ ਲੜਾਈ ਨਹੀਂ ਹੋਈ ਹੈ? ਉਹਨਾਂ ਦੀ ਪਤਨੀ ਨੇ ਕਿਹਾ ਨਵਜੋਤ ਸਿੰਘ ਅੰਤ ਕੀਤਾ ਸਰਕਾਰ ਤੇ, ਕੀ ਨਵਜੋਤ ਸਿੰਘ ਸਿੱਧੂ ਕੋਈ ਖੁੰਖਾਰ ਜਾਨਵਰ ਹੈ? देखो कानून तो कोई भी व्यक्ति वड्डा नहीं हुंदा, कानून सारिਆਂ ਲਈ बराबर ਹੈਗਾ। समय समय सिर ਜਿਹੜੇ कैदियों की रिहाई बनती आ, जिन्हां ਦਾ अधिकार बनता गा रिहाई बनती आ, और जिन्हां ਨੂੰ कानून परमिट करता गा, जिन्हां ਨੂੰ ਸਾਡਾ संविधान आग्या दिंदा गा, कानून आग्या दिंदा गा, ਉਹਨਾਂ ਦੀ रिहाई समय समय सिर ਹੁੰਦੀ ਰਹਿੰਦੀ ਆ। ਇਹ ਰਿਪੋਰਟਾਂ ਜਿਹੜੀਆਂ ਨੇਗੀਆਂ ਥੱਲੋਂ ऑफिसर साहबान भेजते हैं कि किहड़े व्यक्ति की सज़ा पूरी होगी, किहड़ा व्यक्ति माफ़ीयोग है, किहड़ा व्यक्ति माफ़ीयोग नहीं है, किहड़ा व्यक्ति जिहड़ा हीनियस क्राइम किया, किने छोटा क्राइम किया गा। सो उस तो बाद विचार करने तो बाद हुंदा गा। सो जदों रिपोर्टां आउणगीਆਂ जिहदी रिहाई होगी दी बन जाऊगी। 52 ਬੰਦਿਆਂ ਦੀ ਰਿਹਾਈ ਦੀ ਲਿਸਟ ਬਣੀ ਸੀ, ਇੱਥੇ ਇੱਕ ਨੂੰ ਵੀ ਕਿਸੇ ਇੱਕ ਨੂੰ ਵੀ ਕੀਤਾ ਗਿਆ ਕਿ ਨਹੀਂ ਰਿਹਾ ਜੀ? ਸਰ ਮੁੱਖ ਮੰਤਰੀ ਸਾਹਿਬ ਦਾ ਕੀ ਸ਼ਡਿਊਲ ਹੈ ਜੀ ਕੱਲ ਦਾ ਤੇ ਅੱਜ ਦਾ? मानयोग मुख मंत्री साहब कल आके अमृतसर के आउणगे, आके जिहड़े लगभग 400 महल्ला क्लिनिक अरविंद केजरीवाल जी साडे आम आदमी पार्टी के सुप्रीमो, पंजाब के मानयोग मुख मंत्री सर भगवंत सिंह मान जी अमृतसर कल आउणगे। आके 400 महल्ला क्लिनिक जिहड़े नेगे वो पंजाबियों नूं, पंजाब के लोगों नूं समर्पित करके जाणगे, क्योंकि इलैक्शन तो पहलां साडी पार्टी ने ये पंजाब के लोगों ने गारंटी दी सी, वादा किया सीगा कि पंजाब के लोगों नूं बेहतर सेहत सहूलतां ਉਹਨਾਂ ਦੇ ਘਰ ਦੇ ਨੇੜੇ ਕਿਵੇਂ ਪਹੁੰਚਾਈਆਂ ਜਾਣਗੀਆਂ। ਔਰ ਸਾਡਾ ਮਹੱਲਾ ਕਲੀਨਿਕ ਦਾ ਕਨਸੈਪਟ ਜਿਹਨੂੰ ਦੁਨੀਆ ਭਰ ਦੇ ਵਿਸਲਾਇਆ ਜਾ ਰਿਹਾ ਹੈਗਾ, ਔਰ ਦਿੱਲੀ ਦੇ ਅੰਦਰ ਮਹੱਲਾ ਕਲੀਨਿਕ ਮੈਂ ਸਮਝਦਾ ਇੱਕ ਬਹੁਤ ਵੱਡਾ ਲੋਕਾਂ ਲਈ ਕਾਰਗਰ ਸਾਬਤ ਹੋਇਆਗਾ। ਘਰ ਤੱਕ ਦਵਾਈ ਜਿਹੜੀ ਪਹੁੰਚਦੀ ਹੈਗੀ ਉਹਦੀ ਸ਼ੁਰੂਆਤ 15 ਅਗਸਤ ਨੂੰ ਹੋਈ ਸੀਗੀ। ਅੱਜ ਮੈਂ ਸਮਝਦਾ 26 ਜਨਵਰੀ ਨੂੰ ਜਿਹੜਾ ਹੈਗਾ ਅਸੀਂ 400 ਹੋਰ ਮਹੱਲਾ ਕਲੀਨਿਕ ਬਣ ਕੇ ਤਿਆਰ ਨੇ, ਜਿਹੜੇ ਕੱਲ੍ਹ ਨੂੰ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਆ ਕੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਲੋਕਾਂ ਨੂੰ ਸਮਰਪਿਤ ਕਰਨਗੇ।
ਕੁੰਵਰ ਵਿਜੇ ਪ੍ਰਤਾਪ ਜੀ ਜਿਹੜੇ ਇਸ ਬਾਰੇ ਦੱਸ ਸਕਦੇ ਨੇ, ਪਰ ਲੇਕਿਨ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ। ਮੇਰੀ ਗੱਲ ਹੋਈ ਹੈ ਕਿ ਉਹ ਬਿਮਾਰ ਨੇ, ਬੁਖਾਰ ਉਹਨਾਂ ਨੂੰ ਚੱਲ ਰਿਹਾ, ਇਸ ਗੱਲ ਕਰਕੇ ਅੱਜ ਦੇ ਸਮਾਗਮ ਚ ਨਹੀਂ ਆਏ। ਅੱਜ ਕਿਸੇ ਨੂੰ ਰਿਹਾ ਕੀਤਾ ਗਿਆ ਕਿ ਨਹੀਂ ਪੰਜਾਬ ਦੇ ਵਿੱਚ ਜਿਹੜੇ ਦੇਖੋ ਮੈਂ ਫਿਰ ਕਹਿ ਰਿਹਾ ਗਾ, ਇਹ ਡਿਪਾਰਟਮੈਂਟ ਜਿਹੜਾ ਮੇਰੇ ਕੋਲ ਨਹੀਂ ਹੈਗਾ, ਬਟ ਮੈਨੂੰ ਜਿੰਨੀ ਕੁ ਜਾਣਕਾਰੀ ਆ, ਜਦੋਂ ਕੋਈ ਵੀ ਕਿਸੇ ਦੀ ਫਾਈਲ ਡਿਪਾਰਟਮੈਂਟ ਦੀ ਆਉਂਦੀ ਹੈਗੀ ਉਦੋਂ ਜਿਹੜਾ ਬਣਦੀ ਰਾਹਤ ਮਿਲ ਜਾਂਦੀ ਹੈਗੀ। ਸੋ ਇਹਦੇ ਲਈ ਪੈਨਿਕ ਹੋਣ ਦੀ ਲੋੜ ਨਹੀਂ। ਜਿਹੜਾ ਵੀ ਕੋਈ ਦੋਸ਼ੀ ਆ ਉਹਨੂੰ ਪਤਾ ਹੁੰਦਾ, ਮਾਨਯੋਗ ਅਦਾਲਤ, ਸਾਡੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਸਜ਼ਾ ਬਹੁਤ ਸਾਰੇ ਲੋਕਾਂ ਨੂੰ ਦਿੱਤੀ ਹੋਈ ਹੈ, ਇਕੱਲੇ ਇੱਕ ਵਿਅਕਤੀ ਨੂੰ ਨਹੀਂ। ਕੋਈ ਵੀ ਵਿਅਕਤੀ ਵਿਸ਼ੇਸ਼ ਕਾਨੂੰਨ ਤੋਂ ਵੱਡਾ ਨਹੀਂ ਹੁੰਦਾ। ਸਾਨੂੰ ਸਾਰਿਆਂ ਨੂੰ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ। ਮੁੱਖ ਮੰਤਰੀ ਸਾਹਿਬ ਜਿਵੇਂ ਸਾਹਿਬ 2880 ਕਰੋੜ ਰੁਪਏ ਰੋਕਿਆ ਜੀ ਬੀਜੇਪੀ ਸੈਂਟਰ ਗਵਰਨਮੈਂਟ ਨੇ, ਪੰਜਾਬ ਸਰਕਾਰ ਦਾ RDF ਦਾ, ਤੁਹਾਡੇ ਵੱਲੋਂ ਵੀ ਉਹਨਾਂ ਨੇ ਸ਼ਰਤ ਰੱਖ ਦਿੱਤੀ ਹੈ ਕਿ 1% ਕਰੋ ਮਾਰਕੀਟ ਡਿਊਟੀ, ਜਿਹੜੀ ਕਿ ਇਸ ਵੇਲੇ 6% ਹੈ। ਤੇ ਕੀ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ ਇਹਦੇ ਨਾਲ? ਕਾਫੀ ਸਾਰੇ ਜਿਹੜੇ ਕੰਮ ਰੁਕੇ ਪਏ ਨੇ। ਦੇਖੋ ਪੁਰਾਣੇ ਸਾਡਾ ਬਕਾਇਆ ਜਿਹੜਾ ਲਗਭਗ 2880 ਕਰੋੜ ਰੁਪਈਆ RDF ਦਾ ਰੂਰਲ ਡਿਵੈਲਪਮੈਂਟ ਫੰਡ ਦਾ ਕੇਂਦਰ ਸਰਕਾਰ ਕੋਲੇ ਪੈਂਡਿੰਗ ਪਿਆ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਰਿਕੁਐਸਟ ਕੀਤੀ ਆ, ਸਾਡੇ ਡਿਪਾਰਟਮੈਂਟ ਵੱਲੋਂ ਵੀ ਮੈਂ ਵੀ ਜਿਹੜਾ ਜਾ ਕੇ ਕੇਂਦਰ ਸਰਕਾਰ ਨੂੰ ਰਿਕੁਐਸਟ ਕੀਤੀ ਆ ਕਿ ਉਹ ਸਾਡਾ ਬਣਦਾ ਗਾ, ਸਾਡੇ ਪੈਸੇ ਨੇ, ਸਾਡੇ ਬਣਦੇ ਪੈਸੇ ਉਹ ਰਿਲੀਜ਼ ਕੀਤੇ ਜਾਣ। ਜਿਹੜੀ ਕਿ ਉਹਨਾਂ ਨੇ ਅੱਗੇ ਦੱਸਣਾ ਕਿ ਪਹਿਲਾਂ ਵੀ ਉਹਨਾਂ ਨੇ ਸ਼ਰਤ ਲਾਈ ਸੀ, ਜਿਹੜੀ ਪਹਿਲਾਂ ਸ਼ਰਤ ਲਾਈ ਸੀ ਕੇਂਦਰ ਸਰਕਾਰ ਨੇ, ਉਹ ਅਸੀਂ ਪੂਰੀ ਕਰ ਦਿੱਤੀ। ਪਹਿਲਾਂ ਸ਼ਰਤ ਕੀ ਲਾਈ, ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ, ਤੁਸੀਂ ਪਹਿਲੀ ਵਾਰ ਸ਼ਰਤ ਲਾਈ ਕਿ ਜਿਹੜਾ RDF ਦਾ ਪੈਸਾ ਗਾ ਉਹ ਸਿਰਫ ਤੇ ਸਿਰਫ ਰੂਰਲ ਡਿਵੈਲਪਮੈਂਟ ਕੰਮਾਂ ਦੇ ਲਈ ਹੀ ਜਿਹੜਾ ਵਰਤਿਆ ਜਾਣਾ ਚਾਹੀਦਾ, ਪੇਂਡੂ ਵਿਕਾਸ ਦੇ ਲਈ ਹੀ ਵਰਤਿਆ ਜਾਣਾ ਚਾਹੀਦਾ। ਉਹਦੇ ਲਈ ਅਸੀਂ ਮਤਾ ਪਾ ਕੇ ਭੇਜ ਦਿੱਤਾ। ਮੈਂ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਅੰਦਰ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਜਦੋਂ BJP ਦੀ ਸਰਕਾਰ ਸੀ ਪੰਜਾਬ ਦੇ ਅੰਦਰ, ਉਦੋਂ ਉਸ ਪੈਸੇ ਦੀ ਮਿਸਯੂਜ਼ ਹੋਇਆ, ਉਦੋਂ ਉਸ ਪੈਸੇ ਨੂੰ ਕਿਸੇ ਹੋਰ ਜਗ੍ਹਾ ਤੇ ਵਰਤਿਆ ਗਿਆ। ਔਰ ਉਸ ਤੋਂ ਬਾਅਦ ਸਾਡੀ ਸਰਕਾਰ ਆਈ ਸੀ, ਆਉਣ ਵਾਲੇ ਵਿਦਨ 3 ਮੰਥ ਦੇ ਅੰਦਰ ਉਹ ਸੰਵਿਧਾਨਕ ਸੋਧ ਕਰਕੇ ਜਿਹੜੀ ਸਾਡੀ ਸੋਧ ਹੋਣੀ ਸੀ ਰੂਲ ਦੇ ਵਿੱਚ, ਅਸੀਂ ਕਰਕੇ ਭੇਜੀ। ਉਸ ਤੋਂ ਬਾਅਦ ਨਵਾਂ ਜਿਹੜਾ ਫਰਮਾਨ ਜਾਰੀ ਕਰ ਦਿੱਤਾ ਗਿਆ। ਤਾਂ ਇੱਥੋਂ ਪਤਾ ਲੱਗਦਾ ਗਾ ਕਿ ਜਿਹੜੀ BJP ਆ ਉਹ ਪੰਜਾਬ ਵਿਰੋਧੀ ਆ, ਕੇਂਦਰ ਸਰਕਾਰ ਆ ਉਹ ਪੰਜਾਬ ਵਿਰੋਧੀ ਆ। ਜਿਹੜਾ ਵਤੀਰਾ ਉਹਨਾਂ ਨੂੰ ਸੋਧ ਕਰਨੀ ਚਾਹੀਦੀ ਆ। ਪੰਜਾਬ ਦੇ ਪ੍ਰਤੀ ਜਿਹੜਾ ਹੈਗਾ ਹਮਦਰਦੀ ਭਰਿਆ ਰੁਖ ਅਪਣਾਉਣਾ ਚਾਹੀਦਾ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਅੰਦਰ ਲੱਖਾਂ ਹੀ ਕੁਰਬਾਨੀਆਂ ਦਿੱਤੀਆਂ, ਲਗਭਗ 80% ਤੋਂ ਉੱਤੇ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੀਆਂ ਨੇ। ਸੋ BJP ਨੇ ਮਤਰੇਈ ਮਾਲਾ ਸਲੂਕ ਜਿਹੜਾ ਉਹ ਬੰਦ ਕਰਨਾ ਚਾਹੀਦਾ। ਗਵਰਨਰ ਸਾਹਿਬ ਅੱਜ G20 ਨੂੰ ਲੈ ਕੇ ਸਾਰੀਆਂ ਝਾਕੀਆਂ ਕੱਢੀਆਂ ਗਈਆਂ। G20 ਨੂੰ ਲੈ ਕੇ ਕੀ ਤਿਆਰੀਆਂ ਪੰਜਾਬ ਸਰਕਾਰ? ਦੇਖੋ ਅੱਜ ਮੇਰੇ ਨਾਲ ਦੋਨੇ ਆਫੀਸਰ ਸਾਹਿਬਾਨ, ਕਮਿਸ਼ਨਰ ਸਾਹਿਬਾਨ, ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਹਿਬਾਨ ਖੜੇ ਨੇਗੇ। ਬਿਲਕੁਲ ਤਿਆਰੀਆਂ ਮੁਕੰਮਲ ਲੱਗੀਆਂ ਔਰ 15 ਮਾਰਚ ਤੋਂ G20 ਜਿਹੜਾ ਹੈਗਾ ਸਿਖਰ ਸੰਮੇਲਨ ਅੰਮ੍ਰਿਤਸਰ ਦੇ ਅਧੀਨ ਹੋ ਰਿਹਾ ਹੈਗਾ ਔਰ ਲਗਭਗ ਅਸੀਂ 100 ਕਰੋੜ ਰੁਪਇਆ ਜਿਹੜਾ ਹੈਗਾ ਉਹਦੇ ਲਈ ਜਾਰੀ ਕੀਤਾ ਹੈਗਾ। ਬਿਲਕੁਲ ਅੰਮ੍ਰਿਤਸਰ ਦੀ ਕਾਇਆ ਕਲਪ ਕਰਾਂਗੇ, ਕਾਇਆ ਪੱਟ ਦੇਵਾਂਗੇ। ਬਿਲਕੁਲ ਜਿੰਨੀਆਂ ਸੜਕਾਂ ਜਿੱਥੇ ਵੀ ਕਿਤੇ ਕੋਈ ਕੰਮ ਹੋਣ ਵਾਲਾ ਗਾ ਉਹ ਪਹਿਲ ਦੇ ਆਧਾਰ ਤੇ ਹੋਊਗਾ। ਔਰ ਇਸ ਜਿਹੜਾ G20 ਹੈਗਾ, ਸਿਖਰ 20 ਆ, ਇਹਦੇ ਨਾਲ ਬਹੁਤ ਵੱਡਾ ਲਾਭ ਜਿਹੜਾ ਅੰਮ੍ਰਿਤਸਰ ਨੂੰ ਔਰ ਪੰਜਾਬ ਨੂੰ ਮਿਲੂਗਾ। ਗਵਰਨਰ ਸਾਹਿਬ 1 ਤਰੀਕ ਨੂੰ ਤੇ 2 ਤਰੀਕ ਨੂੰ ਫਿਰ ਬਾਰਡਰ ਸਟੇਟਾਂ ਦਾ ਦੌਰਾ ਕਰ ਰਹੇ ਨੇ। ਬਲਵੰਤ ਸੰਗਲ ਤੁਸੀਂ ਪਲੀਜ਼ ਇਹਨਾਂ ਨੂੰ ਦੇਖੋ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਮੰਗ ਸੀਗੀ, ਜਿਹੜੀਆਂ ਰਿਪੋਰਟਾਂ ਆਈਆਂ ਸੀ ਉਸ ਦੇ ਆਧਾਰ ਦੇ ਉੱਤੇ ਜੀਰਾ ਫੈਕਟਰੀ ਬੰਦ ਕੀਤੀ ਆ। ਸੋ ਮੈਂ ਸਮਝਦਾ ਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ ਔਰ ਜਿਹੜਾ ਵੀ ਧਰਨਾਕਾਰੀ ਦੇ ਉੱਠ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ। ਬਾਰ-ਬਾਰ ਗੱਲਾਂ ਕਹੀਆਂ ਜਾ ਰਹੀਆਂ ਨੇ ਝਾਕੀ ਨੂੰ ਲੈ ਕੇ ਕਿ ਪੰਜਾਬ ਸਰਕਾਰ ਨੇ ਜਿਹੜੀ ਆ ਝਾਕੀ ਪੰਜਾਬ ਦੀ ਨਹੀਂ ਸਹੀ ਬਣਾ ਕੇ ਭੇਜੀ। ਕੇਂਦਰ ਸਰਕਾਰ ਵੀ ਉਹ ਕਹਿ ਰਹੀ ਉਹਨਾਂ ਦੇ ਨੁਮਾਇੰਦੇ। ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਹੈ, ਅਸਲ 'ਚ ਕੀ ਲੋਕਾਂ ਨੂੰ ਕੀ ਪਤਾ, ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕੌਣ ਫੌਜੀ? ਦੇਖੋ ਬਿਲਕੁਲ 3 ਝਾਕੀਆਂ ਜਿਹੜੀਆਂ ਅਸੀਂ ਭੇਜੀਆਂ ਸੀਗੀਆਂ, ਕੇਂਦਰ ਸਰਕਾਰ ਨੇ ਵਿਤਕਰਾ ਕੀਤਾ ਗਾ, ਕੇਂਦਰ ਦੀ ਭਾਜਪਾ ਸਰਕਾਰ ਵਿਤਕਰਾ ਕਰ ਰਹੀ ਆ। ਆਹ ਜਿਹੜੇ ਛੋਟੇ-ਮੋਟੇ ਪੰਜਾਬ ਦੇ ਲੀਡਰ ਬੋਲਦੇ ਨੇ ਉਹਨੂੰ ਬੇਸਿਕਲੀ ਪਤਾ ਹੀ ਕੁਛ ਨਹੀਂ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਕੀ ਹੋਇਆਗਾ। ਸੋ ਕੇਂਦਰ ਸਰਕਾਰ ਜਿਹੜੀ ਆ, ਮੈਂ ਸਮਝਦਾ ਹਰੇਕ ਪਹਿਲੂ ਦੇ ਉੱਤੇ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਆ ਔਰ BJP ਵਿਤਕਰਾ ਕਰ ਰਹੀ ਆ, ਕਿਉਂਕਿ ਪੰਜਾਬ ਦੇ ਕਿਸਾਨ ਨੇ, ਪੰਜਾਬ ਦੇ ਲੋਕਾਂ ਨੇ ਇੱਕ ਵੱਡੇ ਸੰਘਰਸ਼ ਦੀ ਜਿਹੜੀ ਅਗਵਾਈ ਕੀਤੀ ਸੀ। 3 ਕਾਲੇ ਕਾਨੂੰਨ ਜਦੋਂ ਵਾਪਸ ਹੋਏ ਨੇ, ਸੋ ਉਹਦੇ ਕਾਰਨ ਕੇਂਦਰ ਸਰਕਾਰ ਲਗਾਤਾਰ ਵਿਤਕਰੇਬਾਜ਼ੀ ਕਰ ਰਹੀ ਹੈ। ਗਵਰਨਰ ਸਾਹਿਬ ਫਿਰ ਲਾਸਟ ਵਾਰ ਜੀ, ਗਵਰਨਰ ਸਾਹਿਬ 1 ਤੇ 2 ਤਰੀਕ ਨੂੰ ਆ ਰਹੇ ਨੇ, ਹਾਂਜੀ ਰੂਰਲ ਤੋਂ ਆ ਰਹੇ ਨੇ, ਜਿਹੜੇ ਮੁਹੱਲਾ ਕਲੀਨਿਕਸ ਦੇ ਵਿੱਚ ਜਿਹੜੇ ਡਾਕਟਰ ਆ ਰਹੇ ਨੇ ਉਹ ਰੂਰਲ ਤੋਂ ਲੈ ਕੇ ਆਉਂਦੇ ਜਾ ਰਹੇ। ਇਹਦੇ ਨਾਲ ਜਿਹੜੀਆਂ ਰੂਰਲ ਜਿਹੜੀਆਂ ਡਿਸਪੈਂਸਰੀਜ਼ ਨੇ ਜਾਂ ਜਿਹੜੇ ਉੱਥੇ ਸੈਂਟਰ ਬਣਾਏ ਗਏ ਨੇ ਮੈਡੀਕਲ ਸੈਂਟਰ, ਉਹ ਖਾਲੀ ਹੋ ਜਾਣਗੇ। ਦੇਖੋ ਵਿਰੋਧ ਵੀ ਕਰ ਰਹੇ ਨੇ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਸਾਡਾ ਸਭ ਤੋਂ ਪਹਿਲਾ ਏਜੰਡਾ ਹੈਗਾ ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਤੱਕ ਅੱਛੇ ਤਰੀਕੇ ਦੇ ਨਾਲ ਪਹੁੰਚਾਈਆਂ ਜਾਣ। ਉਹਦੇ ਲਈ ਮੁਹੱਲਾ ਕਲੀਨਿਕ ਦਾ ਕਨਸੈਪਟ ਸ਼ੁਰੂ ਹੋਇਆਗਾ। ਜਿੱਥੇ ਕਿਤੇ ਹਜੇ ਬਹੁਤ ਸਾਰੀਆਂ ਭਰਤੀ ਪ੍ਰਕਿਰਿਆਵਾਂ ਨੂੰ ਟਾਈਮ ਲੱਗ ਰਿਹਾ ਹੈਗਾ। ਪਹਿਲੀ ਵਾਰ ਮੈਂ ਤੁਹਾਨੂੰ ਦੱਸ ਰਿਹਾ, ਮੈਨੂੰ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰ ਪੰਜਾਬ ਦੇ ਅੰਦਰ 271 ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਹੋਈ ਆ। ਪਿਛਲੇ 5 ਸਾਲਾਂ ਦੌਰਾਨ
ਜਿੰਨੀ ਵਾਰ ਵੀ ਪੁਰਾਣੀ ਸਰਕਾਰ ਨੇ ਭਰਤੀ ਕੱਢੀ, ਸਿੰਗਲ ਡਾਕਟਰ ਨੇ, ਕਿਸੇ ਇੱਕ ਸਪੈਸ਼ਲਿਸਟ ਡਾਕਟਰ ਨੇ ਅਪਲਾਈ ਤੱਕ ਨਹੀਂ ਕੀਤਾ ਸੀ ਪੰਜਾਬ ਲਈ। ਇਹ ਮਾਹੌਲ ਸੀ ਪੰਜਾਬ ਦੇ ਅੰਦਰ। ਪਹਿਲੀ ਵਾਰ ਹੋਇਆਗਾ ਕਿ ਲੋਕਾਂ ਨੂੰ ਪੂਰਨ ਆਸ ਆ, ਸਾਰੇ ਵਰਗਾਂ ਨੂੰ ਪੂਰਨ ਆਸ ਆ, ਔਰ 271 ਡਾਕਟਰਾਂ ਦੀ ਭਰਤੀ ਹੋਈ ਆ। ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਪਿੰਡੂ ਖੇਤਰ ਆ, ਚਾਹੇ ਸ਼ਹਿਰੀ ਖੇਤਰ ਆ, ਸਾਰੇ ਅੰਦਰ ਬਿਹਤਰ ਸਿਹਤ ਸੇਵਾਵਾਂ ਅਸੀਂ ਦੇਵਾਂਗੇ। ਲਾਸਟ ਸਵਾਲ ਚੀਮਾ ਸਾਹਿਬ, ਲਾਸਟ ਸਵਾਲ ਹੈ ਜੀ। ਦੇਖੋ ਮਾਨਯੋਗ ਮੇਰੇ ਕੋਲੇ ਸੀਪੀ ਸਾਹਿਬ ਖੜੇ ਸੀ, ਇਹਨਾਂ ਨੇ ਦੱਸਿਆ ਕਿ ਪਿੱਛੇ ਇੱਕ ਨਸ਼ਾ ਫੜਿਆ, ਉਹ ਐਂਡ ਤੱਕ ਜਾ ਕੇ ਪਹੁੰਚਾਂਗੇ। ਬਿਲਕੁਲ ਨਸ਼ੇ ਨੂੰ ਖਤਮ ਕਰਾਂਗੇ। ਉਹ ਬਹੁਤ ਲੰਬੇ ਅਰਸੇ ਦੌਰਾਨ ਇਹ ਇੱਕ ਬਹੁਤ ਵੱਡਾ ਖੜਾ ਕੀਤਾ ਗਿਆ ਸੀਗਾ, ਚਾਹੇ ਕੋਈ ਵੱਡਾ ਮੱਛੀ ਆ ਕੋਈ ਛੋਟੀ ਮੱਛੀ ਆ, ਜਿਹੜਾ ਵੀ ਪੰਜਾਬ ਦੇ ਅੰਦਰ ਨਸ਼ਾ ਵੇਚੂਗਾ ਉਹ ਅਸੀਂ ਜੇਲ੍ਹ ਦੇ ਅੰਦਰ ਜਾਵਾਂਗੇ। ਔਰ ਜਿਹੜਾ ਕੋਈ ਸਾਡਾ ਨੌਜਵਾਨ ਆ ਉਹਨੂੰ ਅਸੀਂ ਹਮਦਰਦੀ ਭਰਿਆ ਵਤੀਰਾ ਜਦੋਂ ਪੜਾ ਕੇ ਉਹਦੇ ਨਾਲ ਉਹਨੂੰ ਅਸੀਂ ਠੀਕ ਵੀ ਕਰਾਂਗੇ। ਬੀਜੇਪੀ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਬੀਜੇਪੀ ਨੇ ਕਿਹਾ ਕਿ 13 ਦੀਆਂ 13 ਸੀਟਾਂ ਹੀ ਪੰਜਾਬ 'ਚ ਲੈ ਕੇ ਜਾਣਗੀਆਂ। ਬੀਜੇਪੀ ਦੀਆਂ 13 ਦੀਆਂ 13 ਸੀਟਾਂ ਦੇ ਉੱਤੋਂ ਜ਼ਮਾਨਤ ਜ਼ਬਤ ਹੋਊਗੀ। ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਨਫ਼ਰਤ ਪੈਦਾ ਕਰਨ ਵਾਲੀ ਪਾਰਟੀ, ਜਿਹੜੀ ਦੇਸ਼ ਦੇ ਅੰਦਰ ਨਫ਼ਰਤ ਪੈਦਾ ਕਰਦੀ ਆ, ਜਿਹੜੀ ਆਪਸੀ ਭਾਈਚਾਰਾ ਤੋੜਦੀ ਆ, ਜਿਹੜੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੀ ਆ, ਉਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਲੋਕ ਅਮਨ ਕਾਨੂੰਨ ਪਸੰਦ ਲੋਕ ਨੇਗੇ, ਪੰਜਾਬ ਦੇ ਅੰਦਰ ਭਾਈਚਾਰਾ ਕਾਇਮ ਰੱਖਣ ਵਾਲੇ ਲੋਕ ਨੇਗੇ। ਸੋ ਇਹ ਫੁੱਟ ਪਾਊ ਤਾਕਤਾਂ ਨੂੰ ਪੰਜਾਬ ਦੇ ਅੰਦਰ ਕਦੇ ਕੋਈ ਮੂੰਹ ਨਹੀਂ ਲਾਊਗਾ। ਦੇਖੋ ਕੋਈ ਟਕਰਾਅ ਨਹੀਂਗਾ, ਇਹ ਆਉਣਾ ਉਹਨਾਂ ਦਾ ਅਧਿਕਾਰ ਖੇਤਰ ਆ, ਕੋਈ ਕਿਸੇ ਕਿਸਮ ਦਾ ਕੋਈ ਟਕਰਾਅ। 1000 ਰੁਪਇਆ ਲੇਡੀਜ਼ ਦਾ ਜਿਹੜਾ ਕਹਿ ਰਹੇ ਨੇ ਬਿਜਲੀ ਦੇ ਬਿੱਲ ਬੜੀ ਵੱਡੀ ਰਾਹਤ ਦਿੱਤੀ ਗਈ ਪੰਜਾਬ ਦੇ ਕਲੈਕਟਰਾਂ ਨੂੰ। 1000 ਰੁਪਏ ਅਕਾਊਂਟ ਦੇ ਵਿੱਚ 1000 ਰੁਪਏ ਦੇ ਹੁਣ ਸਰ ਦੇਣ ਜਾ ਰਹੀ ਹੈ ਸਰਕਾਰ। ਦੇਖੋ ਪਹਿਲੀ ਵਾਰ ਹੋਇਆ ਕਿ ਜੀਐਸਟੀ ਦੇ ਅੰਦਰ ਜੀਐਸਟੀ ਦੀ ਕਲੈਕਸ਼ਨ, ਟੈਕਸ ਦੀ ਕਲੈਕਸ਼ਨ, ਐਕਸਾਈਜ਼ ਤੋਂ ਜਿੰਨਾ ਰੈਵਨਿਊ ਆ ਫਸਟ ਟਾਈਮ ਜਿਹੜਾ ਹੈਗਾ ਉਹਦੇ 'ਚ ਵੱਡਾ ਇਜ਼ਾਫਾ ਹੋ ਰਿਹਾ। ਜੇ ਤੁਸੀਂ ਸਾਰੇ ਜਣੇ, ਤੁਸੀਂ ਜਰਨਲਿਸਟ ਹੋ, ਸਾਰੇ ਜਣੇ ਪਿਛਲੇ 5 ਸਾਲ ਦਾ ਵਿਸ਼ਲੇਸ਼ਣ ਕਰਿਓ। 5 ਸਾਲ ਕੰਪਨਸੇਸ਼ਨ ਤੇ ਡਿਪੈਂਡ ਕਰਦੇ ਰਹੇ, ਕੋਈ ਵੀ ਐਡੀਸ਼ਨਲ ਐਫਰਟ ਕੋਈ ਯਤਨ ਨਹੀਂ ਹੋਇਆ ਹੈਗਾ। ਫਸਟ ਟਾਈਮ ਜਿਹੜਾ ਹੈਗਾ ਯਤਨ ਹੋਏ, ਔਰ ਪਹਿਲੀ ਵਾਰ ਜੀਐਸਟੀ ਦਾ ਮਾਲੀਆ, ਐਕਸਾਈਜ਼ ਦਾ ਮਾਲੀਆ, ਹੋਰਨਾਂ ਹੈਡਾਂ ਦੇ ਵਿੱਚ ਮਾਲੀਆ ਵਧਿਆ ਹੈਗਾ। ਸੋ ਅਸੀਂ ਲਗਭਗ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇਗੀਆਂ। ਬਹੁਤ ਸਾਰੀਆਂ ਦੇ ਕੰਮ ਚੱਲ ਰਿਹਾ ਹੈਗਾ, ਇੱਕ ਗਰੰਟੀ ਬਾਕੀ ਆ, ਉਹ ਵੀ ਅਸੀਂ ਪੂਰਾ ਕਰਾਂਗੇ। ਅਗਲੀ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਜਿੰਨੀਆਂ ਗਰੰਟੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ ਸੀ, ਉਹ ਸਾਰੀਆਂ 100% ਪੂਰੀਆਂ ਕਰਾਂਗੇ। ਦੇਖੋ ਬਿਜਲੀ ਮਹਿਕਮਾ ਘਾਟੇ 'ਚ ਨਹੀਂ ਜਾ ਰਿਹਾ। ਬਿਜਲੀ ਮਹਿਕਮੇ ਨੂੰ ਲਗਾਤਾਰ ਜਿਹੜੀ ਉਹਦੀ ਬਣਦੀ ਸਬਸਿਡੀ ਆ ਪਹਿਲੀ ਵਾਰ ਅਸੀਂ ਦੇ ਰਹੇ ਹਾਂ। ਪੁਰਾਣੇ ਜਿਹੜੇ ਬਕਾਏ ਸੀ ਅਸੀਂ ਉਹ ਵੀ ਦੇ ਰਹੇ ਹਾਂ, ਅਸੀਂ ਜਿਹੜੇ ਹੁਣ ਦੇ ਨੇ ਸਾਡੇ ਪੈਸੇ ਉਹ ਵੀ ਦੇ ਰਹੇ ਹਾਂ। ਥੈਂਕ ਯੂ ਜੀ।